ਮਿਜ਼ਾਜ ਨੇ ਸਾਡੇ ਕੋਲ ਮੇਨ ਮਿਜ਼ਾਜ ਨੇ 3 ਕਿਸਮ ਦੇ। ਇੱਕ ਸਾਡੇ ਕੋਲ ਨੇ ਬਵਾਸਰੀ ਮਿਜ਼ਾਜ ਦੇ, ਖੁਸ਼ਕੀ ਵਾਲੇ, ਇੱਕ ਹੈਗੇ ਨੇ ਗਰਮ ਮਿਜ਼ਾਜ ਦੇ, ਇੱਕ ਹੈਗੇ ਨੇ ਠੰਡੇ ਸਰਦ ਮਿਜ਼ਾਜ ਦੇ। ਠੀਕ ਹੈ, ਯਾਨੀ ਮਰੀਜ਼ ਜਿਹੜੇ ਮਰੀਜ਼ ਇਹ 3 ਕੈਟਾਗਰੀਆਂ ਨੇਗੀਆਂ। ਤੇ ਚੌਥੇ ਹੈਗੇ ਨੇ ਜਿਹੜੇ ਗਿੱਲੇ ਮਿਜ਼ਾਜ, ਜਿਹੜੇ ਬਲਗਮੀ ਮਿਜ਼ਾਜ ਦੇ ਨੇ। ਠੀਕ ਹੈ। ਤੇ ਇਹਨਾਂ ਨੂੰ ਅਸੀਂ ਤਿੰਨਾਂ ਵਿੱਚ ਹੀ ਜ਼ਮ ਕਰ ਲੈਨੇ, ਚਾਹੇ 4 ਬਣਦੇ ਨੇ, 4 ਦੇ ਮੁਤਾਬਕ ਫਿਰ ਅਸੀਂ ਉਹਨਾਂ ਦੀ ਗਿਜ਼ਾ ਦੱਸਨੇ। ਠੀਕ ਹੈ। ਉਹ ਗਿਜ਼ਾ ਜਿਹੜੀ ਜਿਸ ਤਰ੍ਹਾਂ ਦਾ ਬੰਦੇ ਦਾ ਕੋਈ ਮਿਜ਼ਾਜ, ਕਿਸੇ ਦਾ ਉਹਦਾ ਤਬੀਅਤ ਜਿਵੇਂ ਹੋਵੇ ਨਾ, ਮਤਲਬ ਤਬੀਅਤ ਹੋਵੇ, ਉਸ ਤਬੀਅਤ ਦੇ ਮੁਤਾਬਕ ਅਸੀਂ ਉਹਨੂੰ ਦੱਸਨੇ ਇਸ ਚੀਜ਼, ਇਹਦੀ ਤਬੀਅਤ ਚੋਂ ਫਲਾਣੀ ਚੀਜ਼ ਕਮ ਹੋ ਗਈ ਹੈ, ਅਸੀਂ ਉਹਨੂੰ ਇਹ ਦੇ ਦੇਣੇ। ਯਾਨੀ ਉਹਦੇ ਜਿਸਮ ਦੇ ਵਿੱਚ ਜਿਹੜਾ ਜੁਜ਼ ਘਟ ਗਿਆ ਹੈ ਉਹ ਪੂਰਾ ਕਰਨਾ, ਉਹ ਤੁਸੀਂ ਖੁਰਾਕ ਦੇ ਜ਼ਰੀਏ ਕਹਿੰਦੇ ਹੋ ਕਿ ਉਹ ਪੂਰਾ ਹੋ ਜਾਵੇ। ਹਾਂਜੀ, ਉਹੋ ਜਿਹੀ ਫਿਰ ਉਹਦੀ ਤਬੀਅਤ ਉਹਨੂੰ ਉਹਦੀ ਬਹਾਲ ਹੋਣਾ ਸ਼ੁਰੂ ਹੋ ਜਾਂਦੀ ਹੈ। ਉਹਦੇ ਵਾਸਤੇ ਸਾਨੂੰ ਮਰੀਜ਼ ਨੂੰ ਦੇਖਣਾ ਜ਼ਰੂਰੀ ਹੁੰਦਾ ਹੈ। ਔਰ ਮਰੀਜ਼ ਨੂੰ ਹੀ ਦੇਖਨੇ, ਮਰੀਜ਼ ਦਾ ਪਿਸ਼ਾਬ ਵੀ ਦੇਖਨੇ ਆ, ਮਰੀਜ਼ ਨਾਲ ਗੱਲਾਂ ਬਾਤਾਂ ਵੀ ਕਰਨੀਆਂ ਹੁੰਦੀਆਂ ਨੇ। ਅਸੀਂ ਉਹਦਾ ਪਤਾ, ਐਡਰੈਸ, ਉਹਦਾ ਪੈਦਾ ਹੋਣ ਦੀ ਜਗ੍ਹਾ, ਉਹਦੀ ਪੈਦਾਇਸ਼ ਦੀ ਜਗ੍ਹਾ ਤੇ ਉਹਦੀ ਪਲਣ ਦੀ ਜਗ੍ਹਾ। ਹੁਣ ਯਾਨੀ ਮਾਹੌਲ ਦਾ ਵੀ ਤੁਸੀਂ ਬੜਾ ਖਿਆਲ ਰੱਖਦੇ ਹੋ। ਬਿਲਕੁਲ ਬਿਲकुल। ਇਲਾਕੇ ਦਾ ਵੀ ਖਿਆਲ ਰੱਖਦੇ ਹੋ ਕਿ ਕਿਸ ਇਲਾਕੇ 'ਚ ਹੈ, ਕਿ उस इलाके का माहौल कैसा है, मतलब गर्म मरतूब है या गर्म है या सर्द है, ये सर्द है। अच्छा, इन्हां चीज़ां नूं भी मद्देनज़र रख के फिर तुसीं ਉਹਦੇ पेशे ਨੂੰ ਵੀ मद्देनज़र रखने कि ਕੰਮ ਕੀ ਕਰਦਾ। ठीक है। इस तरह हैगा, मसलन एक ਜ਼ਿਮੀਂਦਾਰ ਹੈਗਾ, ਮਜ਼ਦੂਰ ਹੈਗਾ, ਉਹ ਕਈ ਚਲਾਉਂਦਾ, ਹਾਰਡ ਕੰਮ ਕਰਦਾ। ठीक है। ਇੱਕ ਬੰਦਾ ਹੈਗਾ ਕੁਰਸੀ ਤੇ ਬੈਠਾ ਸਾਰਾ ਦਿਨ ਹੁਕਮ ਚਲਾਉਂਦਾ ਹੈ। ਅਸੀਂ ਸਿਰਫ ਖਵਾਤੀਨ ਤੇ ਅਜੇ ਕਰਨ ਦੇ ਆ ਗੱਲ, ਵੀ ਜਿਹੜੀ ਖਵਾਤੀਨ ਉਹਦੇ ਮਤਲਬ ਬੀਬੀਆਂ ਵੀ ਤੇ ਇਦਾਂ ਦਫ਼ਤਰੀ ਕੰਮ ਕਰਦੀਆਂ ਨੇ। ਹਾਂ ਉਹ ਬੀਬੀਆਂ ਵੀ ਤੇ ਘਰਾਂ ਦੇ ਘਰੇਲੂ ਕੰਮ ਸਾਰੇ ਕਰਦੀਆਂ ਨੇ, ਬੱਚਿਆਂ ਨੂੰ ਸੰਭਾਲਦੀਆਂ, ਘਰ ਦੇ ਕੰਮ ਵੀ ਕਰਦੀਆਂ, ਨੌਕਰੀ ਵੀ ਕਰਦੀਆਂ ਨੇ। ਨੌਕਰੀ ਕਈ ਬੀਬੀਆਂ ਨੌਕਰੀ ਕਰਦੀਆਂ, ਉਹਨਾਂ ਥੱਲੇ ਆਪਣੇ ਨੌਕਰਾਨੀਆਂ ਰੱਖੀਆਂ ਜਿਹੜੇ ਬੱਚੇ ਨੂੰ ਸੰਭਾਲਦੀਆਂ ਨੇ। ਸਹੀ ਹੈ। ਸਾਰੇ ਪਾਸੇ ਹੀ ਇਸ ਤਰ੍ਹਾਂ ਹੈ, ਉਹ ਦੋਵਾਂ ਤੇ ਫਿੱਟ ਹੁੰਦਾ ਪਿਆ। ਠੀਕ ਹੈ, ਠੀਕ ਹੈ, ਠੀਕ ਹੈ, ਸਹੀ ਹੈ। ਯਾਨੀ ਇਹ ਪਰਹੇਜ਼ ਜਿਹੜਾ ਹੈ ਉਹ ਇਹਨਾਂ ਚੀਜ਼ਾਂ ਦਾ ਕਰਕੇ ਤੇ ਇਹ ਫਿਰ ਉਹ ਗਿਜ਼ਾ ਸੀ ਉਹਦੀ ਤਜਵੀਜ਼ ਕਰਨੀ ਉਸ ਤਰ੍ਹਾਂ ਜਿਹੜੀਆਂ ਬੀਬੀਆਂ ਅਮਲ ਕਰਦੀਆਂ ਇਨਸ਼ਾਅੱਲਾ ਫਾਇਦਾ ਔਰ ਠੀਕ ਹੋ ਜਾਂਦੀਆਂ। ਸਾਡੇ ਕੋਲ ਜਿਹੜੀਆਂ ਬੀਬੀਆਂ ਹੱਤੁਲ ਇਮਕਾਨ ਜਿਹੜੀਆਂ ਜਿਹਨਾਂ ਨੂੰ ਮੁਸੀਬਤ ਪਈ ਹੁੰਦੀ ਨਾ, ਪਰੇਸ਼ਾਨ ਹੁੰਦੀਆਂ, ਵਾਕਈ ਆਉਂਦੀਆਂ ਨੇ, ਉਹ ਹੱਤੁਲ ਇਮਕਾਨ ਸਾਰੀਆਂ ਠੀਕ ਹੁੰਦੀਆਂ ਨੇ। ਠੀਕ ਹੈ, 100%। ਔਰ ਜਿਹੜੀਆਂ ਨਹੀਂ ਕਰਦੀਆਂ, ਕੈਂਸਰ ਦਾ ਜਿਹੜੀਆਂ ਦਾਲ ਆਉਂਦੀਆਂ ਨੇਗੀਆਂ, ਉਹ ਬਹਾਨੇ ਬਣਾਉਂਦੀ, ਮੈਨੂੰ ਫਲਾਂ ਗਜ਼ਾ ਖਾਧੀ ਇੰਝ ਹੋ ਗਿਆ, ਮੈਨੂੰ ਇੰਝ ਘਬਰਾਹਟ ਹੋ ਗਈ, ਇੰਝ, ਉਹ ਸਾਰੇ ਬਹਾਨੇ ਕੰਮ ਨਹੀਂ ਕਰਨਾ। ਉਹਨਾਂ ਦੀ ਚਾਹਤ ਹੁੰਦੀ ਸਾਨੂੰ ਇੰਨੀ ਕੁ ਦੁਆ ਮਿਲੇ, ਅਸੀਂ ਖਾਈਏ ਤੇ ਠੀਕ ਹੋ ਜਾਈਏ। ਤੁਸੀਂ ਇੱਕ ਗੱਲ ਕਰੋ ਕਿ ਤੁਸੀਂ ਜੇ ਅਗਰ ਇੰਨੇ ਪਰਹੇਜ਼ਾਂ ਤੇ ਨਹੀਂ ਕੋਈ ਬੰਦਾ ਜਾਂ ਜੀ ਪਹੁੰਚ ਸਕਦਾ, ਕੋਈ ਮਰੀਜ਼ ਨਹੀਂ ਪਹੁੰਚ ਸਕਦਾ, ਤੇ ਤੁਸੀਂ ਦਵਾ ਹੀ ਦੇ ਦਿਆ ਕਰੋ ਤਾਂ ਕਿ ਇਹ ਵੀ ਖਿਦਮਤ ਖਲਕ ਹੈ ਕਿ ਠੀਕ ਹੈ। ਦਵਾ ਦਈ ਦੀ ਹੈ, ਉਹਦੇ ਨਾਲ ਤਾਂ ਸਾਨੂੰ ਪੈਸੇ ਵੀ ਆਉਣੇ ਨੇ, ਲੇਕਿਨ ਉਹ ਦੁਆ ਨਾਲ ਕੰਮ ਨਹੀਂ ਬਣਨਾ। ਅੱਛਾ, ਦੁਆ ਨਾਲ ਜਿੰਨੋਂ ਤੱਕ ਉਹਦਾ ਜੋਜ਼ ਜਿਹੜਾ ਹੈ ਉਹ ਪੂਰਾ ਨਹੀਂ ਹੋਇਆ, ਦੁਆ ਨਾਲ ਜੋਜ਼ ਨਹੀਂ ਪੈਦਾ ਹੁੰਦਾ, ਦੁਆ ਨਾਲ ਖੂਨ ਪੈਦਾ ਨਹੀਂ ਹੁੰਦਾ। ਦੁਆ ਨੇ ਵਕਤੀ ਤੌਰ ਦੇ ਉੱਤੇ ਆਜ਼ਾਦ ਦੇ ਫੇਲ ਨੂੰ ਤੇਜ਼ ਕਰ ਦੇਣਾ ਜਾਂ ਸੁਸਤ ਕਰ ਦੇਣਾ। ਠੀਕ ਹੈ। ਤੇ ਉਹਦੇ ਤੇਜ਼ ਕੀਤਾ ਤੇ ਉਹਦੀ ਗਿਜ਼ਾ ਛੇਤੀ ਹਜ਼ਮ ਹੋਣ ਲੱਗ ਪਈ, ਸੁਸਤ ਕੀਤਾ ਤੇ ਸਲੋ ਹੋ ਗਈ। ਬਸ ਇੰਨਾ। ਤੇ ਜਿਹੜਾ ਅਸਲੀ ਜਿਸਮ ਦਾ ਜੋਧ ਬਣਨਾ ਹੈ ਉਹ ਤੇ ਗਿਜ਼ਾ ਨਾ ਬਣਨਾ ਹੈ, ਖੂਨ ਗਿਜ਼ਾ ਨਾ ਬਣਨਾ ਹੈ, ਤਾਕਤ ਗਿਜ਼ਾ ਨਾ ਬਣਨੀ ਹੈ। ਫਿਰ ਹੱਦ ਤੱਕ ਕਿਰਦਾਰ ਵੀ ਗਿਜ਼ਾ ਨਾ ਬਣਨਾ ਬੰਦੇ ਦਾ। ਅੱਛਾਈ ਬੁਰਾਈ ਜਿਹੜੀ ਨਾ, ਅਗਰ ਚੋਰੀ ਦੀ ਗਿਜ਼ਾ ਖਾਧੀ, ਡਾਕਾ ਮਾਰ ਕੇ ਖਾਧੀ, ਤਾਂ ਕਿਰਦਾਰ ਵੀ ਉਹੋ ਜਿਹਾ ਹੋ ਜਾਣਾ। ਯਾਨੀ ਬਿਮਾਰੀਆਂ ਦੇ ਵਿੱਚ ਬਿਮਾਰੀਆਂ ਵੀ ਪੈਦਾ ਹੋਣੀਆਂ, ਉਹਦਾ ਕਿਰਦਾਰ, ਉਹਦੀ ਸੋਚ ਵੀ ਇਸ ਤਰ੍ਹਾਂ ਬੜਾ ਅਮਲ ਦਖਲ ਹੈਗਾ ਗਿਜ਼ਾ ਦਾ।